वंदन गवार सर्वकला सम्राट डोलन से रखो प्रभु नानक दे कर हथ हे प्राणनाथ गोविंद कृपा निधान जगत गुरु हे संसार ताप हरन करुणा में सब दुख हरो हे शरण जोग दयाल दीनानाथ मया करो सभी शरीर स्वस्थ खीन समय सिमरंत नानक राम दमोदर माधव जेता जियो पिंड सब तेरा तुम अंतरजामी पुरख भगवान दासन दास कहे जन नानक जेहा तू कराए तेहा हों करी बखयान सतनाम श्री वाहिगुरु साहिब जी श्लोक कबीर मुक्त द्वारा संकुड़ा राई दसवें पाए मन तो मैगल होए रहा निकसिया क्यों कर जाए ऐसा सतगुरु जे मिलै तुठा करे प्रसाओ मुक्त द्वारा मुकला सहजे आवो जाओ। वाहिगुरु जी का खालसा वाहिगुरु जी की फतेह। परम सत्कारयोग गुरु रूप गुरु खालसा साध संगत जीओ ਚੱਲ ਰਹੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਗੁਜਰੀ ਰਾਗ ਦੇ ਵਿੱਚ ਜੋ ਗੁਜਰੀ ਰਾਗ ਦੀ ਵਾਰ ਹੈ ਤੇ ਦੇ ਤਹਿਤ ਆਪ ਜੀ ਨੇ ਇਸ ਸਮੇਂ ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਉਚਾਰਨ ਕੀਤਾ ਹੋਇਆ ਸਰਵਣ ਕੀਤਾ ਹੈ। ਇਹ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋ ਸ਼ਬਦਾਂ ਨਾਲ ਇੱਕ ਸ਼ਲੋਕ ਅਤੇ ਪੌੜੀ ਦੇ ਸ਼ਬਦ ਨਾਲ ਜੁੜਿਆ ਹੋਇਆ ਹੈ। ਇੱਥੇ ਇਹ ਸ਼ਲੋਕ ਐਡ ਕਰਨ ਦਾ ਦਰਜ ਕਰਨ ਦਾ ਕੀ ਕਾਰਨ ਹੈ? ਇਹ ਵਾਰ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੈ ਔਰ ਆਪ ਸੰਗਤਾਂ ਨੂੰ ਇਹ ਵੀ ਬੋਧ ਹੋਵੇਗਾ ਵਾਰਾਂ ਪਹਿਲਾਂ ਪੌੜੀਆਂ ਦੇ ਰੂਪ ਵਿੱਚ ਹੀ ਸਨ। ਵਾਰਾਂ ਦੇ ਨਾਲ ਜਿਹੜੇ ਸ਼ਲੋਕ ਨੇ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦਰਜ ਕੀਤੇ ਹਨ, ਭਾਈ ਗੁਰਦਾਸ ਜੀ ਤੋਂ ਲਿਖਾਏ ਹਨ। ਜਿੱਥੇ ਕਈ ਜਿਹੜੇ ਸ਼ਬਦ ਨੇ ਜੋ ਆਮ ਸਰੋਤਿਆਂ ਦੀ ਸਮਝ ਤੋਂ ਪਰੇ ਹਨ, ਉਹ ਫਿਰ ਮਹਾਰਾਜ ਜੀ ਨੇ ਉੱਥੇ ਉਹਨਾਂ ਨੂੰ ਨਾਲ ਗੁਰੂ ਸਾਹਿਬ ਜੀ ਦੀ ਬਾਣੀ ਦੁਆਰਾ ਸਮਝਾ ਦਿੱਤਾ ਹੈ ਵੀ ਇਹ ਜਿਹੜੇ ਗੋਝ ਭਾਵ ਵਿੱਚ ਬਚਨ ਆਖੇ ਗਏ ਨੇ ਇਹਨਾਂ ਦਾ ਅਰਥ ਕੀ ਹੈ। ਜਿਵੇਂ ਬਾਬਾ ਫਰੀਦ ਜੀ ਦਾ ਇੱਕ ਬਚਨ ਆਪਾਂ ਸੂਹੀ ਰਾਗ ਦੇ ਵਿੱਚ ਪੜ੍ਹਦੇ ਹਾਂ, ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਬਾਬਾ ਫਰੀਦ ਜੀ ਉੱਥੇ ਕਹਿੰਦੇ ਨੇ ਬੇੜਾ ਨਹੀਂ ਬੰਨਿਆ, ਕਿਵੇਂ ਸਮੁੰਦਰ ਨੂੰ ਪਾਰ ਕਰੇਗਾ। ਹੁਣ ਉੱਥੇ ਉਹ ਗੱਲ ਗੋਝ ਭਾਵ ਵਿੱਚ ਕਹਿ ਦਿੱਤੀ ਹੈ। ਜੋ ਗੁਰਮੁਖ ਖੋਜੀ ਹਨ
ਰੂਹਾਨੀਅਤ ਦੇ ਜਿਹੜੇ ਖੋਜੀ ਨੇ, ਗੁਰਬਾਣੀ ਨੂੰ ਜੋ ਖੋਜਦੇ ਨੇ, ਉਹਨਾਂ ਨੂੰ ਤਾਂ ਸਮਝ ਹੁੰਦੀ ਹੈ। ਪਰ ਜਦੋਂ ਆਪਾਂ ਆਮ ਇਨਸਾਨ ਇਹ ਸ਼ਬਦ ਪੜ੍ਹਦੇ ਸੁਣਦੇ ਹਾਂ, ਸਾਨੂੰ ਇਹ ਸਮਝ ਨਹੀਂ ਲੱਗੀ ਵੀ ਵਿਹੜਾ ਕਿਹੜਾ ਬੰਨਣਾ ਸੀ ਜੋ ਬਾਬਾ ਫਰੀਦ ਜੀ ਨੇ ਆਖਿਆ ਹੈ। ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਸਮਾਂ ਸੀ ਪਰ ਬੇੜਾ ਬੰਨਿਆ ਨਹੀਂ। ਕਿਹੜਾ ਬੇੜਾ ਬੰਨਣਾ ਸੀ? ਬਾਬਾ ਫਰੀਦ ਜੀ ਨੇ ਉਹ ਗੱਲ ਗੋਝਰੂ ਵਿੱਚ ਆਖੀ, ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੀ ਸ਼ਬਦ ਹੈ, ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੇ ਵਹੇਲਾ, ਨਾ ਸਰਵਰ ਨਾ ਉਛਲੈ, ਐਸਾ ਮਹਾਰਾਜ ਕਹਿੰਦੇ ਪੰਥ ਸੁਹੇਲਾ। ਕਿਹੜਾ ਬੇੜਾ ਬੰਨਣਾ ਸੀ? ਜਪ ਤਪ ਦਾ। ਜਪ ਮੈਨੇ ਬੰਦਗੀ ਕਰਨੀ, ਬਾਣੀ ਪੜ੍ਹਨੀ, ਨਾਮ ਜਪਣਾ। ਤਪ ਦਾ ਭਾਵ ਹੈ ਗੁਰਮਤਿ ਵਿੱਚ ਸੇਵਾ ਕਰਨੀ। ਗੁਰਬਾਣੀ ਵਿੱਚ ਜਿੱਥੇ ਸ਼ਬਦ ਵੱਖੋ ਵੱਖਰੇ ਪ੍ਰਕਰਨਾਂ ਵਿੱਚ ਆਉਂਦਾ ਹੈ, ਉੱਥੇ ਦਾ ਅਰਥ ਵੱਖੋ ਵੱਖਰਾ ਹੈ, ਪਰ ਗੁਰਮਤਿ ਦੇ ਵਿੱਚ ਤਪ ਸੇਵਾ ਨੂੰ ਕਿਹਾ ਗਿਆ ਹੈ। ਜਪ ਸਿਮਰਨ ਕਰਨਾ, ਬਾਣੀ ਦਾ ਨਾਮ ਜਪਣਾ। ਜਪ ਤਪ ਦਾ ਬੇੜਾ ਬੰਨ, ਮਹਾਰਾਜ ਕਹਿੰਦੇ ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੇ ਵਹੇਲਾ, ਸੌਖਾ ਲੰਘ ਜਾਵੇਗਾ। ਪਰ ਬਾਬਾ ਫਰੀਦ ਜੀ ਨੇ ਉਹ ਗੱਲ ਉੱਥੇ ਗੋਝ ਵਿੱਚ ਆਖੀ ਹੈ, ਤੇ ਤੁਸੀਂ ਸੁਣਿਆ ਹੋਵੇਗਾ, ਕਈ ਆਖਦੇ ਨੇ ਵੀ ਉਹ ਬਾਬਾ ਫਰੀਦ ਜੀ ਨੇ ਜਾਂ ਭਗਤ ਕਬੀਰ ਸਾਹਿਬ ਨੇ ਨਾ ਸ਼ਲੋਕ ਉਹਨਾਂ ਦੇ ਦੁਰਸਤ ਨਹੀਂ ਸੀ, ਤੇ ਗੁਰੂ ਪਾਤਸ਼ਾਹ ਜੀ ਨੇ ਆਪਣੀ ਬਾਣੀ ਨਾਲ ਲੈ ਕੇ ਉਹਨਾਂ ਨੂੰ ਦੁਰਸਤ ਕੀਤਾ। ਇਹ ਗੱਲ ਠੀਕ ਨਹੀਂ ਹੈ। ਅਸਲ ਵਿੱਚ ਉਹਨਾਂ ਨੇ ਗੱਲ ਗੋਝ ਭਾਵ ਵਿੱਚ ਆਖੀ ਹੈ, ਤੇ ਗੋਝ ਭਾਵ ਨੂੰ ਉਹੀ ਸਮਝੇਗਾ ਜਿਹੜਾ ਉਸ ਦਾ ਖੋਜੀ ਹੈ, ਹਰ ਇੱਕ ਬੰਦਾ ਨਹੀਂ ਸਮਝੇਗਾ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਉਹ ਜਿਹੜੇ ਸ਼ਬਦ ਗੋਝ ਭਾਵ ਦੇ ਵਿੱਚ ਸੀ, ਉਹਨਾਂ ਦੇ ਨਾਲ ਫਿਰ ਆਪਣੇ ਸ਼ਬਦ ਦਰਜ ਕਰ ਦਿੱਤੇ, ਆਪਣੀ ਬਾਣੀ ਗੁਰੂ ਸਾਹਿਬਾਨਾਂ ਦੀ ਦਰਜ ਕਰ ਦਿੱਤੀ, ਤੇ ਉਹ ਸਮਝਾਤਾ ਵੀ ਇਹ ਜਿਹੜੇ ਸ਼ਬਦ ਗੋਝ ਭਾਵ ਦੇ ਵਿੱਚ ਨੇ, ਇਹਨਾਂ ਦਾ ਅਰਥ ਇਹ ਹੈ। ਜਿਵੇਂ ਤੁਸੀਂ ਸ਼ਲੋਕ ਸੁਣੇ ਹੋਣਗੇ ਭਗਤ ਕਬੀਰ ਸਾਹਿਬ ਜੀ ਦੇ, ਬਾਬਾ ਫਰੀਦ ਜੀ ਦੇ, ਉਹਦੇ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਕਿਤੇ ਕਿਤੇ ਆਉਂਦੀ ਹੈ। ਉਹਦਾ ਕਾਰਨ ਇਹੀ ਹੈ ਕਿ ਉਹ ਜਿਹੜੇ ਕਈ ਸ਼ਬਦ ਐਸੇ ਗੋਝ ਭਾਵ ਵਿੱਚ ਬਹੁਤ ਆਖੇ ਗਏ ਸਨ, ਉਹਨਾਂ ਨੂੰ ਸਮਝਾਉਣ ਵਾਸਤੇ ਕਿ ਆਮ ਸਰੋਤੇ ਨੂੰ ਵੀ ਸਮਝ ਪੈ ਜਾਵੇ, ਤੇ ਕਈ ਵਿਦਵਾਨ ਵੀ ਉਹਦਾ ਅਰਥ ਗਲਤ ਨਾ ਕੱਢ ਲੈਣ, ਇਸ ਕਰਕੇ ਮਹਾਰਾਜ ਨੇ ਨਾਲ ਆਪਣੀ ਬਾਣੀ ਦਰਜ ਕਰ ਦਿੱਤੀ ਵੀ ਇਹਦਾ ਅਸਲ ਵਿੱਚ ਭਾਵ ਇਹ ਹੈ, ਇਹਨੂੰ ਹੋਰ ਪਾਸੇ ਨਾ ਲੈ ਜਾਓ ਜੀ, ਇਹਦਾ ਕੋਈ ਹੋਰ ਅਰਥ ਨਾ ਕੱਢ ਲਵੋ ਜੀ। ਤੋ ਇੱਥੇ ਭਗਤ ਕਬੀਰ ਸਾਹਿਬ ਜੀ ਦਾ ਜਿਹੜਾ ਸ਼ਲੋਕ ਹੈ, ਉਹਨਾਂ ਨੇ ਬਚਨ ਆਖੇ ਨੇ, ਜਿਹੜਾ ਮੁਕਤੀ ਦਾ ਦੁਆਰ ਹੈ ਬੜਾ ਸੁੰਕੜਿਆ ਹੋਇਆ ਹੈ, ਸੁੰਗੜਿਆ ਹੋਇਆ ਹੈ, ਇਕੱਠਾ ਹੋਇਆ ਪਿਆ ਹੈ, ਤੇ ਜਿਹੜਾ ਮਨ ਹੈ ਇਹ ਹਾਥੀ ਦੀ ਤਰ੍ਹਾਂ ਹੈ, ਤੇ ਜਦੋਂ ਤੱਕ ਮਨ ਉਹਦੇ ਵਿੱਚੋਂ ਲੰਘਦਾ ਨਹੀਂ, ਤੇ ਕਿਵੇਂ ਉਹ ਪਰਮ ਆਨੰਦ ਪ੍ਰਾਪਤ ਹੋਵੇ, ਕਿਵੇਂ ਮੁਕਤ ਹੋਵੇ। ਦੂਸਰਾ ਗੁਰਮੁਖੋਂ ਮੁਕਤ ਹੋਣਾ, ਜਿਹੜਾ ਦੂਜੇ ਧਰਮਾਂ ਵਿੱਚ ਆਪਾਂ ਸੁਣਦੇ ਆ ਨਾ, ਮੁਕਤੀ ਗੁਰਮਤਿ ਵਿੱਚ ਉਹ ਨਹੀਂ ਕਹੀ ਗਈ। ਕਈ ਲੋਕ ਮੁਕਤੀ ਪਤਾ ਕਿਹਨੂੰ ਕਹਿੰਦੇ ਨੇ, ਮਰ ਜੇ ਨਾ ਬੰਦਾ ਤੇ ਕਹਿੰਦੇ ਮੁਕਤ ਹੋ ਗਿਆ ਹੈ, ਚਲੋ ਚੰਗਾ ਮੁਕਤ ਹੋ ਗਿਆ। ਨਹੀਂ, ਇਹ ਮੁਕਤ ਹੋਣਾ ਨਹੀਂ ਹੈ। ਜੀਵਨ ਮੁਕਤ ਸੁਆਖੀ ਹੈ, ਮਰ ਜੀਵੈ ਮਰੀਆ। ਸਰੀਰ ਦੇ ਹੁੰਦਿਆਂ, ਜੀਵਨ ਦੇ ਹੁੰਦਿਆਂ ਜਿਹੜਾ ਵਿਕਾਰਾਂ ਤੋਂ ਮੁਕਤ ਹੋ ਗਿਆ, ਉਹ ਮੁਕਤ ਹੈ। ਜੇਕਰ ਵਿਕਾਰਾਂ ਤੋਂ ਮੁਕਤ ਨਹੀਂ ਹੋ ਸਕਿਆ, ਉਹ ਮੁਕਤ ਨਹੀਂ ਹੈ, ਉਹ ਅੱਗੇ ਹੋਰ ਜੂਨੀਆਂ ਵਿੱਚ ਪੈ ਜਾਵੇਗਾ। ਜਿਵੇਂ ਇੱਕ ਬੰਦੇ ਨੂੰ ਇੱਕ ਜੇਲ੍ਹ ਵਿੱਚੋਂ ਕੱਢ ਕੇ ਦੂਜੀ ਜੇਲ੍ਹ ਵਿੱਚ ਪਾ ਦਿਓ, ਤੇ ਕੀ ਉਹ ਮੁਕਤ ਹੋ ਗਿਆ? ਜੇਲ੍ਹ ਵਿੱਚੋਂ ਮੁਕਤ ਹੀ ਨਹੀਂ ਨਾ ਹੋਇਆ। ਉਹਨੂੰ ਉੱਥੋਂ ਦੇ ਜਿਹੜੇ ਕੰਮ ਕਰਨ ਵਾਲੇ ਸਿਪਾਹੀ ਜਾਂ ਜਿਹੜੇ ਵੀ ਜੋ ਸਨ ਮਹਿਕਮੇ ਦੇ, ਉਹਨਾਂ ਨੇ ਇੱਕ ਜੇਲ੍ਹ ਵਿੱਚੋਂ ਬਿਠਾਇਆ ਵੀ ਇਹ ਬੰਦਾ ਬੜਾ ਖਤਰਨਾਕ ਹੈ, ਇਹ ਮਾਫੀ ਦੇ ਯੋਗ ਨਹੀਂ ਹੈ। ਕਈ ਆਪਾਂ ਵੇਖਦੇ ਹਾਂ, ਕਈਆਂ ਨੂੰ ਜੇਲ੍ਹ ਵਿੱਚ ਰਹਿ ਕੇ ਚੰਗੇ ਕੰਮ ਕਰਦੇ ਨੇ ਨਾ, ਤੇ ਉਹਨਾਂ ਦੀ ਸਜ਼ਾ ਵੀ ਮਾਫ ਹੋ ਜਾਂਦੀ ਹੈ। ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿ ਪਟਿਆਲੇ ਸ਼ਹਿਰ ਦੇ ਵਿੱਚ ਨਾ ਇੱਕ
ਗੁਰੂ ਦੇ ਕੀਰਤਨ ਕਰਨ ਵਾਲਾ ਰਾਗੀ ਸਿੰਘ ਸੀ, ਉਹ ਤੋਂ ਕਤਲ ਹੋ ਗਿਆ ਸੀ ਆਪਣੇ ਗੁਆਂਢ ਦੇ ਵਿੱਚ। ਤੇ ਉਹ ਜਦੋਂ ਕਤਲ ਹੋ ਗਿਆ, ਜੇਲ੍ਹ ਉਹਨਾਂ ਨੂੰ ਸਜ਼ਾ ਹੋ ਗਈ, ਪਰ ਉਹਨਾਂ ਕੋਲ ਗੁਰਬਾਣੀ ਦੀ ਦਾਤ ਸੀ, ਕੀਰਤਨ ਸੀ ਮਹਾਰਾਜ ਦਾ ਬਖਸ਼ਿਆ ਹੋਇਆ। ਉਹ ਜੇਲ੍ਹ ਵਿੱਚ ਕੀਰਤਨ ਕਰਦੇ ਰਹੇ, ਕਿਉਂਕਿ ਜੇਲ੍ਹ ਦੇ ਵਿੱਚ ਵੀ ਇਹ ਧਾਰਮਿਕ ਸਥਾਨ ਹੁੰਦੇ ਨੇ। ਤੇ ਉਹ ਜਦੋਂ ਉਹਨਾਂ ਨੇ ਥੋੜ੍ਹਾ ਸਮਾਂ ਉੱਥੇ ਸਾਲ ਡੇਢ ਸਾਲ ਕੀਰਤਨ ਕੀਤਾ, ਉਹ ਜਿਹੜੀ ਲੰਮੀ ਸਜ਼ਾ ਸੀ, ਜਿਹੜਾ ਜੇਲ੍ਹ ਦਾ ਮੁਖੀ ਅਫਸਰ ਸੀ, ਉਹਨੇ ਦੇਖ ਕੇ ਉਹਨਾਂ ਨੂੰ, ਵੀ ਤੁਸੀਂ ਤਾਂ ਚੰਗੇ ਪਾਸੇ ਚੰਗੀ ਲੈਣ ਵਾਲੇ ਬੰਦੇ ਹੋ, ਉਹ ਕਹਿੰਦੇ ਅਚਾਨਕ ਸਾਡੇ ਤੋਂ ਕਤਲ ਹੋ ਗਿਆ, ਤੇ ਉਹਨਾਂ ਨੂੰ ਮਾਫ਼ ਕਰ ਦਿੱਤੀ ਸਜ਼ਾ। ਕਿਉਂਕਿ ਉਹ ਜੇਲ੍ਹ ਵਿੱਚ ਰਹਿ ਕੇ ਵੀ ਕੀਰਤਨ ਕਰਦੇ ਰਹੇ, ਲੰਮਾ ਸਮਾਂ ਬਾਣੀ ਪੜ੍ਹਦੇ ਰਹੇ, ਤੇ ਉਹ ਸਜ਼ਾ ਜਿਹੜੀ ਲੰਮੇ ਸਮੇਂ ਦੀ ਸੀ, ਉਹ ਸਾਲ ਡੇਢ ਸਾਲ ਦੇ ਵਿੱਚ ਕੱਟ ਦਿੱਤੀ ਗਈ। ਪਰ ਇੱਕ ਜੇਲ੍ਹ ਦੇ ਵਿੱਚ ਜਾ ਕੇ ਵੀ ਨਹੀਂ ਟਿਕਦੇ, ਉੱਥੇ ਵੀ ਉਹ ਪੱਧਰ ਕਰਦੇ ਨੇ, ਤੇ ਕਹਿੰਦੇ ਇੱਥੇ ਹੁਣ ਦੂਜੇ ਕੈਦੀਆਂ ਨੂੰ ਖਤਰਾ, ਇਹਨੂੰ ਇਸ ਜੇਲ੍ਹ 'ਚੋਂ ਕੱਢ ਕੇ ਦੂਜੀ ਹੋਰ ਖਤਰਨਾਕ ਜੇਲ੍ਹ ਵਿੱਚ ਪਾ ਦੇਵੋ। ਇਸੇ ਤਰ੍ਹਾਂ ਸਾਨੂੰ, ਜੇਕਰ ਆਪਾਂ ਇਸ ਜੇਲ੍ਹ, ਇਹ ਸਰੀਰ ਇੱਕ ਜੇਲ੍ਹ ਹੈ, ਜੇ ਇਹਦੇ ਵਿੱਚ ਰਹਿੰਦਿਆਂ ਚੰਗੇ ਕਰਮ ਨਾ ਕੀਤੇ, ਬਾਣੀ ਨਾ ਪੜ੍ਹੀ, ਨਾਮ ਨਾ ਜਪਿਆ, ਸੇਵਾ ਨਾ ਕੀਤੀ, ਤੇ ਧਰਮਰਾਜ ਦੇ ਜਮਾ ਨੇ ਇਸ ਜੇਲ੍ਹ 'ਚੋਂ ਕੱਢ ਕੇ ਵੀ ਇਹ ਬੰਦਾ ਇੱਥੇ ਬੰਦਿਆਂ ਨੂੰ ਟਿਕਣ ਨਹੀਂ ਦਿੰਦਾ, ਇਹ ਕਿਸੇ ਨੂੰ ਨਹੀਂ ਟਿਕਣ ਦਿੰਦਾ, ਇਹ ਹਰ ਪਾਸੇ ਕਲੇਸ਼ ਕਰਦਾ, ਇਹਨੂੰ ਚੁੱਕ ਕੇ ਪਾਓ ਹੋਰ ਜੇਲ੍ਹ ਦੇ ਵਿੱਚ। ਫਿਰ ਇਸ ਸਰੀਰ ਨੂੰ ਛੁੱਟਣ ਤੋਂ ਬਾਅਦ ਉਹਦੇ ਵਾਸਤੇ ਅੱਗੇ ਹੋਰ ਖਤਰਨਾਕ ਜੇਲ੍ਹ ਹੁੰਦੀ ਹੈ। ਹੁਣ ਵੇਖੋ, ਆਪਾਂ ਬੋਲ ਵੀ ਸਕਦੇ ਹਾਂ, ਖਾ ਪੀ ਸਾਰਾ ਆਪਾਂ ਨੂੰ, ਪਸ਼ੂਆਂ ਨੂੰ ਸਰਦੀ ਲੱਗਦੀ, ਉਹ ਕਹਿ ਨਹੀਂ ਸਕਦੇ ਸਾਨੂੰ ਸਰਦੀ ਲੱਗ ਰਹੀ, ਸਾਨੂੰ ਕੰਬਲ ਦੇਵੋ, ਸਾਨੂੰ ਕੋਈ ਗਰਮ ਚੀਜ਼ ਦੇਵੋ ਖਾਣ ਨੂੰ। ਭਗਤ ਕਬੀਰ ਸਾਹਿਬ ਨੇ ਆਖਿਆ ਬਾਣੀ ਦੇ ਵਿੱਚ, ਚਾਰ ਪਾਮ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ। ਵੀ ਹੁਣ ਤੂੰ ਨਾਮ ਨਹੀਂ ਜਪਦਾ, ਬੰਦਗੀ ਨਹੀਂ ਕਰਦਾ, ਜਦੋਂ ਤੇਰੇ ਚਾਰ ਪੈਰ ਹੋਣਗੇ, ਦੋ ਸਿੰਘ ਹੋਣਗੇ, ਮੁਖ ਤੋਂ ਗੂੰਗਾ ਹੋਵੇਂਗਾ, ਫਿਰ ਤੂੰ ਨਾਮ ਕਿਵੇਂ ਜਪੇਂਗਾ, ਗੁਣ ਕਿਵੇਂ ਗਾਵੇਂਗਾ ਵਾਹਿਗੁਰੂ ਦੇ। ਹੁਣ ਤੇ ਮਾੜੇ ਪਾਸੇ ਲੱਗਾ, ਮਾੜੇ ਕੰਮਾਂ ਵਿੱਚ ਲੱਗਾ ਹੋਇਆ ਹੈ। ਇਹ ਜੇਲ੍ਹ ਅਜੇ ਠੀਕ ਹੈ, ਜੇ ਇਹਦੇ ਵਿੱਚ ਸਹੀ ਨਾ ਰਹੇ ਤੇ ਫਿਰ ਅੱਗੇ ਹੋਰ ਬੜੀਆਂ ਖਤਰਨਾਕ ਤੋਂ ਜੇਲ੍ਹਾਂ ਨੇ। ਸੱਪ ਦੀ ਜੂਨੀ, ਗਧੇ ਦੀ ਜੂਨੀ, ਹੋਰ ਪਤਾ ਨਹੀਂ ਕਿੰਨੀਆਂ ਅੱਗੇ ਜੂਨੀਆਂ ਹਨ, ਜਿਹੜੀਆਂ ਮਹਾਰਾਜ ਨੇ ਬਾਣੀ ਵਿੱਚ ਆਖੀਆਂ ਹਨ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲ ਇਹ ਦੇ ਸੰਜਰੀਆ। ਇਹ ਜੇਲ੍ਹ ਹੈ, ਇਹਦੇ ਵਿੱਚ ਰਹਿ ਕੇ ਚੰਗੇ ਕਰਮ ਕਰਾਂਗੇ ਤੇ ਮੁਕਤ ਹੋ ਜਾਵਾਂਗੇ। ਭਾਵ ਮੁਕਤ ਵਿਕਾਰਾਂ ਤੋਂ ਹੋਣਾ ਹੈ, ਸਰੀਰ ਨਾਲ ਮੁਕਤੀ ਦਾ ਕੋਈ ਸੰਬੰਧ ਨਹੀਂ ਹੈ। ਗੁਰਮੁਖ ਰੱਬ ਦੇ ਪਿਆਰੇ ਸਰੀਰ ਵਿੱਚ ਰਹਿੰਦਿਆਂ ਵੀ ਮੁਕਤ ਨੇ, ਬੰਦਗੀ ਕਰਦੇ ਨੇ, ਨਾਮ ਜਪ ਕੇ ਉਹਨਾਂ ਨੇ ਉਹ ਅਵਸਥਾ ਪ੍ਰਾਪਤ ਕਰ ਲਈ ਹੈ। ਇਸ ਕਰਕੇ ਸਰੀਰ ਦਾ ਮਰਨਾ ਮੁਕਤੀ ਨਹੀਂ ਹੈ। ਜਿਹੜਾ ਵਿਕਾਰਾਂ ਤੋਂ ਜੀਵਦੇ ਜੀ ਮੁਕਤ ਹੋ ਜਾਣਾ, ਇਹੀ ਮੁਕਤੀ ਹੈ, ਹੋਰ ਕੋਈ ਮੁਕਤੀ ਨਹੀਂ ਹੈ। ਤੋ ਭਗਤ ਕਬੀਰ ਸਾਹਿਬ ਨੇ ਇਹ ਗੱਲ ਗੋਝ ਵਿੱਚ ਆਖੀ ਹੈ, ਇਹਨੂੰ ਗੁਰੂ ਅਮਰਦਾਸ ਜੀ ਅੱਗੇ ਖੋਲ੍ਹਣਗੇ। ਆਓ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ, ਪਿਆਰ ਨਾਲ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਕਬੀਰ ਮੁਕਤ ਦੁਆਰਾ ਸੰਕੋੜਾ ਰਾਈ ਦਸਵੇਂ ਭਾਏ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਮੁਕਤੀ ਦਾ ਦੁਆਰਾ ਹੈ, ਮੋਕਸ਼ ਦਾ ਦੁਆਰਾ ਹੈ, ਬੰਧਨਾਂ ਤੋਂ ਵਿਕਾਰਾਂ ਤੋਂ ਮੁਕਤ ਹੋਣ ਦਾ ਜੋ ਆਤਮਿਕ ਗਿਆਨ ਹੈ, ਉਹ ਸੁੰਗੜ ਗਿਆ ਹੈ। ਸੁੰਗੜਿਆ ਕਿਵੇਂ ਹੈ ਵੇਖੋ, ਜਿਵੇਂ ਇੱਕ ਘਰ ਬਣਿਆ ਹੋਇਆ ਨਾ ਖੁੱਲ੍ਹੇ ਮੈਦਾਨ ਦੇ ਵਿੱਚ, ਭਾਵੇਂ ਉਹ ਕਿੱਡਾ ਵੀ ਵੱਡਾ ਹੋਵੇ, ਉਹਦੇ ਨੇੜੇ ਹੋਰ ਵੱਡੀਆਂ ਬਿਲਡਿੰਗਾਂ ਬਣਨ ਲੱਗ ਜਾਣ, ਤੇ ਇੱਕ ਦਿਨ ਇੱਦਾਂ ਲੱਗਦਾ ਵੀ ਇਹ ਸਾਰੀਆਂ ਇੱਥੇ ਕਲੋਨੀ ਵਿੱਚ, ਇਸ ਥਾਂ 'ਤੇ ਇਹ ਬਿਲਡਿੰਗਾਂ ਵਿੱਚੋਂ ਸਭ ਨੂੰ ਛੋਟਾ ਘਰ ਹੈ। ਹਾਲਾਂਕਿ ਉਹ ਘਰ ਵੱਡਾ ਬਣਿਆ ਸੀ, ਬੜਾ ਖੁੱਲ੍ਹਾ ਘਰ ਬਣਿਆ ਹੋਇਆ ਸੀ, ਪਰ ਆਸੇ ਪਾਸੇ ਇੰਨੀਆਂ ਵੱਡੀਆਂ ਬਿਲਡਿੰਗਾਂ ਖੜੀਆਂ ਹੋ ਗਈਆਂ, ਹੁਣ ਉਹ ਛੋਟਾ ਜਿਹਾ ਲੱਗਣ ਲੱਗ ਪਿਆ ਹੈ। ਤੇ ਜੇ ਉਹਨਾਂ ਬਿਲਡਿੰਗਾਂ ਨੂੰ ਢਾਹ ਦਿੱਤਾ ਜਾਵੇ, ਫਿਰ ਉਹ ਪਤਾ ਲੱਗ ਜਾਏਗਾ ਇਹ ਤਾਂ ਬਹੁਤ ਵਧੀਆ ਖੁੱਲ੍ਹਾ ਘਰ ਹੈ। ਇਸੇ ਤਰ੍ਹਾਂ ਗੁਰਮੁਖੋ, ਸਾਡੇ ਅੰਦਰ ਵਿਕਾਰ, ਅਵਿਦਿਆ, ਅਗਿਆਨ, ਅਸਮਤਾ, ਇਹ ਬੜੇ ਕੁਝ ਅੰਦਰ ਖੜੇ ਹੋ ਗਏ ਨੇ।
ਇਸ ਕਰਕੇ ਸਾਡਾ ਜਿਹੜਾ ਆਤਮਿਕ ਗਿਆਨ ਹੈ ਉਹ ਸਾਨੂੰ ਛੋਟਾ ਜਿਹਾ ਲੱਗ ਰਿਹਾ ਹੈ ਵੀ ਨਾਮ ਜਪਣਾ ਬੰਦਗੀ ਕਰਨੀ ਇਹ ਤੇ ਫਾਲਤੂ ਦੀ ਗੱਲ ਹੈ। ਕਿਉਂਕਿ ਅੰਦਰ ਮੋਹ ਦੀਆਂ, ਵਿਕਾਰਾਂ ਦੀਆਂ, ਕ੍ਰੋਧ ਦੀਆਂ, ਲੋਭ ਦੀਆਂ ਬਿਲਡਿੰਗਾਂ ਵੱਡੀਆਂ ਵੱਡੀਆਂ ਖੜ੍ਹ ਗਈਆਂ ਹੋ ਗਈਆਂ ਨੇ। ਉਹਨਾਂ ਵੱਲ ਵੇਖ ਕੇ ਮਨੁੱਖ ਚਕਾਚੌਂਧ ਹੋਈ ਜਾਂਦਾ ਹੈ। ਉਹਨਾਂ ਨੂੰ ਢਾਹ ਦਿੱਤਾ ਜਾਵੇ ਤੇ ਆਪਣੇ ਘਰ ਵੱਡਾ ਲੱਗਣ ਲੱਗ ਜਾਵੇਗਾ, ਆਪਣੇ ਘਰ ਵਿੱਚ ਪਹੁੰਚ ਜਾਵੇਗਾ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਮੁਕਤੀ ਦਾ ਦੁਆਰਾ ਆਤਮਿਕ ਗਿਆਨ ਉਹ ਸੁੰਗੜ ਗਿਆ ਹੈ, ਭਾਵ ਉਸ ਪਾਸਿਓਂ ਮਨੁੱਖ ਦਾ ਮਨ ਬੜੀ ਦੂਰ ਚਲਾ ਗਿਆ ਹੈ। ਮਨ ਤੋਂ ਮੈਗਲ ਹੋਏ ਰਾ। ਵਾਹਿਗੁਰੂ ਰਾਈ ਦਸਵੇਂ ਪਾਏ, ਕਿੰਨਾ ਕੁ ਛੋਟਾ ਲੱਗਦਾ ਰਾਈ ਦਾ 10ਵਾਂ ਹਿੱਸਾ। ਰਾਈ ਦਾ ਬੀਜ ਸਾਰੇ ਬੀਜਾਂ ਨਾਲੋਂ ਛੋਟਾ ਹੈ। ਜਿੰਨੇ ਵੀ ਬੀਜ ਨੇ ਨਾ, ਫਲਾਂ ਦੇ, ਫੁੱਲਾਂ ਦੇ, ਦਰਖਤਾਂ ਦੇ, ਉਹਨਾਂ ਸਭ ਨਾਲੋਂ ਛੋਟਾ ਰਾਈ ਦਾ ਬੀਜ ਹੈ। ਤੇ ਕਹਿੰਦੇ ਉਹਦਾ ਵੀ 10ਵਾਂ ਹਿੱਸਾ ਇੰਨਾ ਛੋਟਾ ਜਿਹਾ, ਭਾਵ ਜਿਹੜਾ ਅਧਿਆਤਮਕ ਮਾਰਗ ਅੱਜ ਲੋਕਾਂ ਨੂੰ ਲੱਗਦਾ ਹੈ ਕਿ ਫਾਲਤੂ ਦੀ ਗੱਲ ਹੈ। ਅੱਜ ਆਪਾਂ ਸਾਰੇ ਹੀ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਹਾਂ, ਪ੍ਰੋਫੈਸਰ ਬਣਾਉਣਾ ਚਾਹੁੰਦੇ ਹਾਂ, ਬੜਾ ਕੁਝ ਬਣਾਉਣਾ ਚਾਹੁੰਦੇ ਹਾਂ, ਪਰ ਉਹਨਾਂ ਨੂੰ ਧਰਮ ਨਾਲ ਨਹੀਂ ਜੋੜ ਰਹੇ। ਕਿਉਂਕਿ ਧਰਮ ਨੂੰ ਆਪਾਂ ਸਮਝ ਲਿਆ ਵੀ ਇਹ ਬੁੱਢੇ ਠੇਰਿਆਂ ਦਾ ਕੰਮ ਹੈ, ਵੀ ਚਲੋ ਉਹ ਜਾਣ ਗੁਰਦੁਆਰੇ ਬਾਣੀ ਪੜ੍ਹਨ, ਬੱਚਿਆਂ ਨੂੰ ਨਹੀਂ। ਹਾਲਾਂਕਿ ਇੱਕ ਮੇਨ ਕੰਮ ਬੱਚਿਆਂ ਦਾ ਹੈ, ਕਿਉਂਕਿ ਬੁੱਢੇ ਤਾਂ ਆਪਣੀ ਉਮਰ ਨੂੰ ਲੰਘ ਚੁੱਕੇ ਨੇ। ਜਿਵੇਂ ਸਕੂਲ ਕਿਹਦੇ ਵਾਸਤੇ ਨੇ? ਬੱਚਿਆਂ ਵਾਸਤੇ, ਬਜ਼ੁਰਗਾਂ ਵਾਸਤੇ ਥੋੜ੍ਹਾ ਨੇ। ਬਜ਼ੁਰਗ ਤਾਂ ਆਪਣਾ ਸਮਾਂ ਲੰਘ, ਹੁਣ ਥੋੜ੍ਹਾ ਪੜ੍ਹਾਈ ਕਰਨਗੇ। ਇਸੇ ਤਰ੍ਹਾਂ ਜਿਹੜੇ ਧਾਰਮਿਕ ਅਸਥਾਨ ਨੇ ਮੁੱਖ ਰੂਪ ਵਿੱਚ ਤਾਂ ਇਹ ਬੱਚਿਆਂ ਵਾਸਤੇ ਨੇ, ਕਿਉਂਕਿ ਬੱਚੇ ਨੇ ਅਜੇ ਜਵਾਨ ਹੋਣਾ ਹੈ, ਉਹਨੂੰ ਸੋਝੀ ਹੋਣੀ ਚਾਹੀਦੀ ਧਰਮ ਦੀ, ਇਸ ਆਤਮਿਕ ਜੀਵਨ ਦੀ ਸਮਝ ਆਉਣੀ ਚਾਹੀਦੀ ਹੈ। ਐਸਾ ਨਹੀਂ ਦੁਨਿਆਵੀ ਵਿੱਦਿਆ ਨਹੀਂ ਲੈਣੀ, ਦੁਨਿਆਵੀ ਵਿੱਦਿਆ ਵੀ ਚਾਹੀਦੀ ਹੈ, ਪਰ ਨਾਲ ਉਹਦੇ ਰੂਹਾਨੀਅਤ ਦੀ ਵਿੱਦਿਆ ਬੱਚਿਆਂ ਨੂੰ ਅੱਤ ਦੀ ਲਾਜ਼ਮੀ ਜ਼ਰੂਰੀ ਹੈ। ਤੁਸੀਂ ਕਦੇ ਪਹਿਲਾਂ ਨਹੀਂ ਸੁਣਿਆ ਹੋਵੇਗਾ ਕਿ ਕੋਈ ਬਿਰਧ ਆਸ਼ਰਮ ਬਣਿਆ ਹੈ। ਇਹ ਜਦੋਂ ਦੇ ਲੋਕ ਜ਼ਿਆਦਾ ਪੜ੍ਹ ਗਏ ਨੇ ਨਾ, 200 ਸਾਲ ਤੋਂ, ਉਹ ਤੋਂ ਬਾਅਦ ਹੀ ਬਿਰਧ ਆਸ਼ਰਮ ਬਣਨ ਲੱਗ ਪਏ ਨੇ। ਪਹਿਲਾਂ ਕਦੇ ਨਹੀਂ। ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ, ਤੁਹਾਨੂੰ ਕਿਤੇ ਨਹੀਂ ਮਿਲੇਗਾ ਛੇਤੀ ਕੀਤਿਆਂ ਵੀ ਕੋਈ ਬਿਰਧ ਆਸ਼ਰਮ ਬਣਿਆ ਸੀ ਜਿੱਥੇ ਲੋਕ ਆਪਣੇ ਬਜ਼ੁਰਗਾਂ ਨੂੰ ਛੱਡ ਕੇ ਆਉਂਦੇ ਸੀ। ਪਰ ਅੱਜ ਤਾਂ ਇੰਨੀ ਦੁਨੀਆ ਪੜ੍ਹ ਗਈ, ਹਰ ਇੱਕ ਸ਼ਹਿਰ ਵਿੱਚ ਬਣ ਗਿਆ ਹੈ ਬਿਰਧ ਆਸ਼ਰਮ। ਕਿਉਂਕਿ ਪੜ੍ਹਿਆ ਮੂਰਖ ਆਖੀਏ, ਮੂਰਖ ਹੋ ਗਿਆ, ਉਹਨੂੰ ਮਾਂ ਦੀ ਕਦਰ ਨਹੀਂ, ਉਹਨੂੰ ਪਿਓ ਦੀ ਕਦਰ ਨਹੀਂ, ਤੇ ਉਹ ਆਪਣੇ ਬਜ਼ੁਰਗਾਂ ਨੂੰ ਹੀ ਘਰੋਂ ਕੱਢ ਦਿੰਦਾ ਹੈ। ਉਹਦਾ ਕਾਰਨ ਕਿਉਂਕਿ ਉਹਦੇ ਕੋਲ ਰੂਹਾਨੀਅਤ ਦਾ ਇਲਮ ਨਹੀਂ ਸੀ, ਧਾਰਮਿਕ ਵਿੱਦਿਆ ਨਹੀਂ ਸੀ। ਜੇਕਰ ਉਹਨੂੰ ਬਚਪਨ ਵਿੱਚ ਨਾਲ ਇਹ ਵੀ ਦਿੱਤੀ ਜਾਂਦੀ ਤਾਂ ਉਹ ਕਦੇ ਵੀ ਆਪਣੇ ਮਾਂ ਪਿਓ ਨੂੰ ਘਰੋਂ ਧੱਕਾ ਨਾ ਮਾਰਦਾ। ਆਪਾਂ ਵੇਖਦੇ ਹਾਂ ਜਦੋਂ ਕੋਈ ਇਤਿਹਾਸ ਪੜ੍ਹੀਏ ਤੇ ਵੇਖੋ ਉਹਦੇ ਵਿੱਚ ਸਰਵਣ ਭਗਤ ਦਾ ਜ਼ਿਕਰ ਆਉਂਦਾ, ਹਾਲਾਂਕਿ ਉਹਨੇ ਕੋਈ ਜਪ ਨਹੀਂ ਕੀਤਾ, ਕੋਈ ਰੱਬ ਦਾ ਨਾਂ ਨਹੀਂ ਜਪਿਆ। ਅੰਨਾ ਮਾਂ ਪਿਓ ਸੀ ਉਹਦਾ, ਤੇ ਉਹਨਾਂ ਦੀ ਸੇਵਾ ਹੀ ਕੀਤੀ, ਬਸ ਰੱਬ ਰੂਪ ਜਾਣ ਕੇ ਉਹਨਾਂ ਦੀ ਸੇਵਾ ਕੀਤੀ, ਤੇ ਲੋਕ ਉਹਨੂੰ ਅੱਜ ਵੀ ਸਰਵਣ ਭਗਤ ਕਹਿੰਦੇ ਨੇ। ਭਾਈ ਗੁਰਦਾਸ ਜੀ ਲਿਖਦੇ ਨੇ, ਹੋਵੇ ਸਰਵਣ ਵਿਰਲਾ ਕੋਈ। ਸਰਵਣ ਭਗਤ, ਹਾਲਾਂਕਿ ਉਹਨੇ ਕੋਈ ਬਾਣੀ ਨਹੀਂ ਪੜ੍ਹੀ, ਕੋਈ ਜਪ ਤਪ ਨਹੀਂ ਕਰਦਾ ਰਿਹਾ, ਕੋਈ ਪੁੱਠਾ ਨਹੀਂ ਲਟਕਿਆ। ਉਹਨੇ ਮਾਂ ਪਿਓ ਨੂੰ ਹੀ ਰੱਬ ਸਮਝ ਕੇ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਭਗਤ ਬਣ ਗਿਆ। ਏਡਾ ਵੱਡਾ ਮਹਾਤਮ, ਪਰ ਉਹ ਦੇਖੋ ਕਿਉਂਕਿ ਮਨੁੱਖ ਪੜ੍ਹ ਲਿਖ ਕੇ ਮੂਰਖ ਹੋ ਗਿਆ, ਬੇਸਮਝ ਹੋ ਗਿਆ, ਤੇ ਇਹਨੂੰ ਧਰਮ ਜਿਹੜਾ ਬਿਲਕੁਲ ਧਰਮ ਦਾ ਜਿਹੜਾ ਮਾਰਗ ਸੀ ਉਹ ਸੁੰਗੜ ਗਿਆ ਹੈ। ਮੁਕਤੀ ਦਾ, ਜਿੱਥੋਂ ਮੁਕਤੀ ਮਿਲਣੀ ਸੀ ਵਿਕਾਰਾਂ ਤੋਂ, ਮਾੜੇ ਕਰਮਾਂ ਤੋਂ, ਤੇ ਜਿਹੜਾ ਵਿਕਾਰਾਂ ਤੋਂ ਮੁਕਤ ਹੋ ਗਿਆ ਉਹ 84 ਲੱਖ ਜੂਨੀਆਂ ਤੋਂ ਵੀ ਮੁਕਤ ਹੋ ਗਿਆ। ਜਿਹੜਾ ਨਹੀਂ ਉਹ ਫਿਰ ਅੱਗੇ 84 ਲੱਖ ਜੂਨੀ ਤਿਆਰ ਹੈ ਉਹਦੇ ਵਾਸਤੇ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਮਨ ਤੋਂ ਮੈਗਲ ਹੋਏ ਰਾ, ਨਿਕਸਿਆ ਕਿਉ ਕਰ ਜਾਏ। ਮਨ ਤਾਂ ਹਾਥੀ ਦੀ ਤਰ੍ਹਾਂ ਹੋ ਰਿਹਾ ਹੈ। ਹੁਣ ਮਨ ਨੂੰ ਹਾਥੀ ਕਿਉਂ ਕਿਹਾ ਗਿਆ ਹੈ? ਜਾਨਵਰਾਂ ਵਿੱਚੋਂ ਸਭ ਤੋਂ ਵੱਡੇ ਪੈਰ ਇਸ ਦੇ ਨੇ, ਬੜਾ ਵਜ਼ਨ ਵਾਲਾ ਹਾਥੀ। ਮਹਾਰਾਜ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਤਾਂ ਹਾਥੀ ਦੀ ਤਰ੍ਹਾਂ ਹੋ ਰਿਹਾ ਹੈ। ਹਾਥੀ ਜਿਹੜਾ ਹੈ ਉਹਦੇ ਬਾਰੇ ਗੁਰਬਾਣੀ ਵਿੱਚ ਪ੍ਰਮਾਣ ਆਏ ਨੇ। ਜਿਹੜਾ ਹਾਥੀ ਹੈ
ਉਹ ਇਸ਼ਨਾਨ ਉਹਨੂੰ ਕਰਕੇ ਨਾ ਪਾਣੀ ਵਿੱਚ ਜਦੋਂ ਨਹਾ ਕੇ ਨਿਕਲਦਾ ਸਰੋਵਰ ਦੇ ਵਿੱਚੋਂ, ਤਲਾਅ ਦੇ ਵਿੱਚੋਂ, ਦਰਿਆ ਦੇ ਵਿੱਚੋਂ, ਤੇ ਮੁੜ ਕੇ ਮਿੱਟੀ ਸਿਰ ਪਾ ਲੈਂਦਾ ਹੈ। ਹਾਥੀ ਨੀਰ ਨਿਵਾਲੀ ਹੈ। ਮਹਾਰਾਜ ਭਗਤ ਭਾਈ ਗੁਰਦਾਸ ਜੀ ਵੀ ਲਿਖਦੇ ਨੇ, ਸਿਰ ਛਾਰ ਉਡਾਵੈ। ਉਹ ਫਿਰ ਆਪਣੇ ਸਿਰ 'ਤੇ ਸੁਆਹ ਪਾ ਲੈਂਦਾ, ਮਿੱਟੀ ਪਾ ਲੈਂਦਾ ਹੈ। ਬਿਲਕੁਲ ਸਾਡਾ ਮਨ ਹਾਥੀ ਦੀ ਤਰ੍ਹਾਂ ਹੈ, ਚੰਗੇ ਕਰਮ ਕਰਕੇ ਫਿਰ ਫੁੰਕਾਰੇ ਮਾਰਦਾ ਹੈ। ਜਿਵੇਂ ਹਾਥੀ ਇਸ਼ਨਾਨ ਕਰਕੇ ਫੁੰਕਾਰੇ ਮਾਰਦਾ, ਮਿੱਟੀ ਲਿੱਟਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਦਾ ਮਨ ਹੰਕਾਰੀ ਹੋ ਕਰਕੇ, ਦਾਨ ਪੁੰਨ ਕਰਕੇ ਫਿਰ ਹੰਕਾਰ ਦੀਆਂ ਫੂਕਾਂ ਮਾਰਦਾ, ਮੇਰੇ ਵਰਗਾ ਕੋਈ ਹੈ ਨਹੀਂ, ਫਿਰ ਮਾੜੇ ਕਰਮ ਕਰਨ ਲੱਗ ਜਾਂਦਾ ਹੈ। ਕਿਵੇਂ ਇਹ ਨਿਕਲ ਸਕਦਾ ਹੈ? ਕਿਉਂਕਿ ਹੰਕਾਰੀ ਉਹ ਕਿਤੋਂ ਵੀ ਕਾਮਯਾਬ ਨਹੀਂ ਹੋ ਸਕਦਾ। ਜਿਹੜਾ ਹੰਕਾਰੀ ਬੰਦਾ ਹੈ ਨਾ, ਉਹ ਕਿਸੇ ਮਾਰਗ ਵਿੱਚ ਵੀ ਕਾਮਯਾਬ ਨਹੀਂ ਹੋਵੇਗਾ। ਜਿੱਥੇ ਵੀ ਜਾਵੇ, ਜੇ ਆਪਣਾ ਹੰਕਾਰ ਹੀ ਕਰੀ ਜਾਵੇਗਾ, ਲੋਕ ਉਸ ਤੋਂ ਕਿਨਾਰਾ ਕਰ ਲੈਣਗੇ। ਐਸਾ ਸਤਿਗੁਰੂ ਜੇ ਮਿਲੈ ਤੁਠਾ ਕਰੇ ਪਸਾਓ। ਕੋਈ ਐਸਾ ਸਤਿਗੁਰੂ ਮਿਲ ਜਾਵੇ ਜਿਹੜਾ ਪ੍ਰਸੰਨ ਹੋ ਕੇ ਪ੍ਰਸ਼ਾਦ ਕਰ ਦੇਵੇ, ਬਖਸ਼ਿਸ਼ ਕਰ ਦੇਵੇ, ਰਹਿਮਤ ਕਰ ਦੇਵੇ, ਸੋਝੀ ਬਖਸ਼ ਦੇਵੇ। ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਕਿ ਜਿਹੜਾ ਮੁਕਤੀ ਦਾ ਦੁਆਰਾ ਆਤਮਿਕ ਗਿਆਨ ਹੈ, ਉਹ ਸਾਨੂੰ ਮਿਲ ਜਾਵੇ। ਮੋਕਲਾ ਕਹੀਏ ਖੁੱਲ੍ਹਾ। ਆਤਮਿਕ ਗਿਆਨ ਬੜਾ ਰਸ ਭਰਿਆ ਹੈ ਔਰ ਮਨੁੱਖ ਦੇ ਦਿਲ ਨੂੰ ਬੜਾ ਖੋਲ੍ਹ ਦਿੰਦਾ। ਜਦੋਂ ਮਨੁੱਖ ਧਾਰਮਿਕ ਹੋ ਜਾਂਦਾ ਨਾ ਅਸਲ ਵਿੱਚ, ਤਾਂ ਉਹਦਾ ਦਿਲ ਬੜਾ ਦਰਿਆ ਹੋ ਜਾਂਦਾ ਹੈ। ਉਹ ਹਰ ਇੱਕ ਨੂੰ ਦਾਨ ਪੁੰਨ ਕਰਦਾ, ਚੰਗੇ ਕਰਮ ਕਰਦਾ। ਆਪਾਂ ਵੇਖਦੇ ਹਾਂ ਦੁਨੀਆ ਵਿੱਚ ਇੱਕ ਸਿੱਖ ਕੌਮ ਐਸੀ ਹੈ, ਭਾਵੇਂ ਛੋਟੀ ਹੈ, ਕੋਈ ਬਹੁਤੇ ਵੱਡੇ ਕਾਰੋਬਾਰ ਵੀ ਨਹੀਂ, ਧਨ ਦੇ ਵਿੱਚ ਵੀ ਇੰਨਾ ਅੱਗੇ ਨਹੀਂ ਜਿੰਨਾ ਆਪਣੇ ਤੋਂ ਯਹੂਦੀ ਅੱਗੇ ਨੇ। ਧਨ ਦੇ ਵਿੱਚ ਸਭ ਤੋਂ ਵਰਲਡ ਦੀ ਨੰਬਰ 1 ਕੌਮ ਜਿਹੜੀ ਹੈ, ਉਹ ਯਹੂਦੀ ਮੰਨੇ ਗਏ ਨੇ। ਪੜ੍ਹਾਈ ਦੇ ਵਿੱਚ ਬੜੇ ਵੱਡੇ ਉਹਨਾਂ ਨੇ ਨੋਬਲ ਪੁਰਸਕਾਰ ਲਏ ਨੇ, ਪਰ ਲੰਗਰ ਨਹੀਂ ਲਾ ਸਕਦੇ। ਵੱਡੀ ਕੌਮ ਮੁਸਲਮਾਨ ਹੈ, ਬੜੇ ਗਿਣਤੀ ਦੇ ਵਿੱਚ, ਕਈ ਦੇਸ਼ ਹੀ ਮੁਸਲਮਾਨਾਂ ਦੇ ਨੇ, ਸਿੱਖਾਂ ਦਾ ਤਾਂ ਅਜੇ ਕੋਈ ਮੁਲਕ ਹੀ ਨਹੀਂ ਹੈ। ਕਿੰਨੀ ਵੱਡੀ ਤਾਦਾਦ ਦੇ ਵਿੱਚ ਈਸਾਈ ਨੇ, ਹੋਰ ਪਤਾ ਨਹੀਂ ਕਿੰਨੇ, ਕਈ ਦੇਸ਼ ਹੀ ਨੇ ਵੇਖੋ ਇਹਨਾਂ ਕੌਮਾਂ ਦੇ। ਹਿੰਦੁਸਤਾਨ ਦੇ ਵੇਖੋ ਹਿੰਦੂਆਂ ਦੀ ਕਿੰਨੀ ਗਿਣਤੀ ਹੈ। ਪਰ ਹੁਣ ਇਹ ਕਿਸਾਨੀ ਮੋਰਚਾ ਲੱਗਾ, ਦੇਖੋ 1 ਸਾਲ ਭਰ ਦਾ ਸਮਾਂ, ਕਿਵੇਂ ਉੱਥੇ ਕਿਸੇ ਗੱਲ ਦੀ, ਕਿਸੇ ਚੀਜ਼ ਦੀ ਵੀ ਤੋੜ ਨਹੀਂ ਆਈ। ਔਰ ਅੱਗੇ ਹੁਣ ਦੇਖੋ ਸਾਹਿਬਜ਼ਾਦਿਆਂ ਦੇ ਦਿਹਾੜੇ ਆਉਣੇ ਨੇ, ਕਿੰਨੇ ਲੰਗਰ ਚੱਲਣੇ ਨੇ, ਤਰ੍ਹਾਂ ਦੀ ਸੇਵਾ ਹੋਣੀ ਹੈ, ਔਰ ਹਰ ਸਮੇਂ ਚੱਲਦਾ ਹੀ ਰਹਿੰਦਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ, ਇਹ ਵਰਲਡ ਦਾ ਰਿਕਾਰਡ ਹੈ। ਦੁਨੀਆ ਵਿੱਚ ਕੋਈ ਐਸਾ ਧਾਰਮਿਕ ਸਥਾਨ ਨਹੀਂ ਜਿੱਥੇ ਇੱਕ ਦਿਨ ਦੇ ਵਿੱਚ ਇੰਨਾ ਬੰਦਾ ਲੰਗਰ ਛਕਦਾ ਹੋਵੇ। ਐਸੇ ਵੱਡੇ ਸਥਾਨ ਪਏ ਨੇ, ਉੱਥੇ ਕੋਈ ਲੰਗਰ ਨਹੀਂ, ਇਸ ਤਰ੍ਹਾਂ ਦੀ ਲੰਗਰ ਦੀ ਵਿਵਸਥਾ ਨਹੀਂ ਹੈ। ਕਿੰਨੀਆਂ ਸੰਗਤਾਂ, ਕਿੰਨੇ ਹੋਰ ਲੋਕ ਆ ਕੇ, ਲੱਖਾਂ ਦੀ ਤਾਦਾਦ ਵਿੱਚ ਜਿਨ੍ਹਾਂ ਦੀ ਗਿਣਤੀ ਰੋਜ਼ ਲੰਗਰ ਛਕਦੇ ਨੇ। ਇਹ ਗੁਰੂ ਦੀ ਬਖਸ਼ਿਸ਼ ਹੈ। ਗੁਰੂ ਦੀ ਬਖਸ਼ਿਸ਼ ਨਾਲ ਮੋਕਲਾ ਹੋ ਜਾਂਦਾ ਹੈ, ਹਿਰਦੇ ਦਾ ਦੁਆਰਾ ਖੁੱਲ੍ਹਾ ਹੋ ਜਾਂਦਾ ਆਤਮਿਕ ਗਿਆਨ ਦੇ ਨਾਲ। ਮਹਾਰਾਜ ਕਹਿੰਦੇ ਮੁਕਤ ਦੁਆਰਾ ਮੋਕਲਾ ਸਹਿਜੇ ਆਓ ਜਾਓ। ਫਿਰ ਜਦੋਂ ਦਿਲ ਖੁੱਲ੍ਹਾ ਹੋਵੇ ਤੇ ਉਹ ਬੰਦਾ ਖੁੱਲ੍ਹੇ ਦਿਲ ਵਾਲਾ ਬੜੇ ਆਨੰਦ ਨਾਲ ਜਾਂਦਾ ਹੁੰਦਾ, ਜਿੱਥੇ ਵੀ ਜਾਵੇ ਬੇਫਿਕਰਾ ਹੁੰਦਾ। ਕਹਿੰਦੇ ਕੋਈ ਗੱਲ ਨਹੀਂ। ਤੇ ਬੰਦਾ ਭਾਵੇਂ ਕਰੋੜਾਂਪਤੀ ਵੀ ਹੈ ਨਾ, ਜੇ ਦਿਲ ਖੁੱਲ੍ਹਾ ਨਹੀਂ, ਜੇ ਉਹਦੇ ਕੋਲ ਆਤਮਿਕ ਸੋਝੀ ਨਹੀਂ, ਤੇ ਰੋਈ ਜਾਂਦਾ ਹੈ, ਝੁਰੀ ਜਾਂਦਾ ਹੈ ਹਰ ਸਮੇਂ। ਜਿਨ੍ਹਾਂ ਗੁਰਮੁਖਾਂ ਦੇ ਕੋਲ ਆਤਮਿਕ ਗਿਆਨ ਹੋ ਗਿਆ, ਉਹ ਫਿਰ ਸਹਿਜ ਅਵਸਥਾ ਵਿੱਚ ਆ ਜਾਂਦੇ ਨੇ, ਆਨੰਦ ਅਵਸਥਾ ਦੇ ਵਿੱਚ ਆ ਜਾਂਦੇ ਨੇ। ਮਹੱਲਾ ਤੀਜਾ। ਨਾਨਕ ਮੁਕਤ ਦੁਆਰਾ ਅਤਨੀਕਾ ਨਾਨਾ ਹੋਏ ਸੁਜਾਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੁਕਤੀ ਦਾ ਦੁਆਰਾ ਅਤਨੀਕਾ ਹੈ। ਜਿਹੜਾ ਆਤਮਿਕ ਗਿਆਨ ਲੈਣਾ, ਇਹਨੂੰ ਸੂਈ ਦੇ ਨੱਕੇ ਵਿੱਚ ਧਾਗਾ ਪਾਉਣਾ ਹੋਵੇ ਨਾ, ਬੜਾ ਧਿਆਨ ਲਾਉਣਾ ਪੈਂਦਾ ਹੈ। ਮਾਈਆਂ ਬੀਬੀਆਂ ਨੂੰ ਖਾਸ ਕਰਕੇ ਪਤਾ ਹੈ। ਉਹਦਾ ਭਾਵੇਂ ਅੱਖਾਂ ਨਾਲ ਆਪਾਂ ਵੱਡੇ ਪਹਾੜ ਵੇਖ ਲੈਂਦੇ ਹਾਂ, ਪਰ ਉਹਦੇ ਵਿੱਚ ਧਾਗਾ ਪਾਉਣਾ ਬੜਾ ਧਿਆਨ ਲਾਉਣਾ ਪਵੇਗਾ। ਇਸੇ ਤਰ੍ਹਾਂ ਗੁਰਮੁਖੋ ਮਨੁੱਖ ਕਿੰਨੇ ਵੀ ਦੁਨੀਆ ਵਿੱਚ ਵੱਡੇ ਕੰਮ ਕਰੇ, ਪਰ ਜਦੋਂ ਆਤਮਿਕ ਗਿਆਨ ਲੈਣਾ, ਬੜਾ ਧਿਆਨ ਲਾਉਣਾ ਪਵੇਗਾ, ਬੜਾ ਧਿਆਨ ਨਾਲ ਚੱਲਣਾ ਪਵੇਗਾ। ਮਨੁੱਖ ਗੱਡੀ ਚਲਾ ਸਕਦਾ, ਹੋਰ ਵੱਡੇ ਕੰਮ ਕਰ ਸਕਦਾ, ਉਹਦੀ ਨਿਗਾਹ ਉੱਥੇ ਕੰਮ ਕਰਦੀ, ਪਰ ਜੇ ਧਾਗਾ ਪਾਉਣ ਤੇ ਕਹੋ ਨਾ, ਤੇ ਉਹ ਨਹੀਂ ਪਾ ਸਕਦਾ, ਕਿਉਂਕਿ ਉਹਦਾ ਧਿਆਨ ਨਹੀਂ ਜੋ ਉੱਥੇ ਬਣਿਆ ਹੈ।
ਮਹਾਰਾਜ ਕਹਿੰਦੇ ਨਾਨਕ ਮੁਕਤ ਦੁਆਰਾ ਅਤ ਨੀਕਾ ਨਾਨਾ ਹੋਏ ਸੋ ਜਾਏ। ਤੇ ਜਿਹੜਾ ਬਿਲਕੁਲ ਆਪਣੇ ਆਪ ਨੂੰ ਤਿਆਗ ਦੇਵੇ ਉਹੀ ਉਹਦੇ ਵਿੱਚੋਂ ਲੰਘ ਸਕਦਾ ਹੈ। ਭਾਵ ਆਪਾ ਗਵਾ ਦੇਵੇ ਤਾਂ ਫਿਰ ਧਿਆਨ ਜੁੜਦਾ ਹੈ। ਸਾਡਾ ਧਿਆਨ ਖੁੰਡਦਾ ਕਿਉਂਕਿ ਮੈਂ ਜੀਵ ਕਰਦਾ, ਇਸ ਕਰਕੇ ਧਿਆਨ ਜੁੜਦਾ ਨਹੀਂ ਹੈ। ਜਦੋਂ ਆਪਾ ਗਵਾਤਾ ਨਾ ਕਿ ਮੈਂ ਕੁਝ ਵੀ ਨਹੀਂ। ਕੱਲ੍ਹ ਵੀ ਬੇਨਤੀ ਕੀਤੀ ਸੀ ਆਪਾਂ ਬਾਣੀ ਪੜ੍ਹਨੀ ਤੇ ਕਹਿਣਾ ਮਹਾਰਾਜ ਮੈਂ ਬਾਣੀ ਪੜ੍ਹਨ ਲੱਗਾ, ਮੈਂ ਨਹੀਂ ਪੜ੍ਹਨ ਲੱਗਾ, ਇਹ ਤੂੰ ਕਿਰਪਾ ਕੀਤੀ ਹੈ ਤੇ ਹੁਣ ਆਪ ਵਿੱਚ ਵਰਤ ਕੇ ਸੇਵਾ ਲੈ ਲਵੋ, ਫਿਰ ਗੱਲ ਬਣੇਗੀ। ਇਹ ਤਜਰਬਾ ਕਰਕੇ ਵੇਖ ਲਓ, ਰਸ ਵੀ ਆਵੇਗਾ। ਜਦੋਂ ਆਪਾਂ ਕਹਿੰਦੇ ਮੈਂ ਬਾਣੀ ਦਾ ਰਸ ਵੀ ਨਹੀਂ ਰਿਹਾ, ਭਾਵੇਂ ਬਾਣੀ ਉਹੀ ਹੈ। ਤੋ ਮਹਾਰਾਜ ਕਹਿੰਦੇ ਹੋਮੈ ਮਨ ਅਸਤੂਲ ਹੈ ਕਿਉ ਕਰ ਵਿੱਚ ਦੇ ਜਾਏ। ਹੁਣ ਹਾਥੀ ਨਾਲ ਮਨ ਨੂੰ ਭਗਤ ਕਬੀਰ ਸਾਹਿਬ ਨੇ ਆਖਿਆ ਸੀ, ਉਹ ਕਿਹੜੇ ਇਹਨੂੰ ਚੀਜ਼ ਚਿੰਬੜ ਗਈ ਕਿ ਹਾਥੀ ਦੀ ਤਰ੍ਹਾਂ ਹੋ ਗਿਆ। ਹੋਮੈ ਮਨ ਅਸਤੂਲ ਹੈ, ਹੋਮਾ ਕਰਕੇ ਮੋਟਾ ਹੋ ਗਿਆ ਹੈ। ਜਿਵੇਂ ਹਾਥੀ ਬੜਾ ਮੋਟਾ ਹੁੰਦਾ ਹੈ ਨਾ, ਭਗਤ ਕਬੀਰ ਸਾਹਿਬ ਨੇ ਹਾਥੀ ਦਾ ਪ੍ਰਮਾਣ ਦਿੱਤਾ। ਹਾਥੀ ਦਾ ਭਾਵ ਹੈ ਇੱਥੇ ਹੋਮੈ ਮਨ ਅਸਤੂਲ ਹੈ। ਹੋਮੈ ਕਰਕੇ ਮਨ ਬੜਾ ਮੋਟਾ ਹੋ ਗਿਆ ਹੈ। ਕਿਉਂ ਕਰ ਵਿੱਚ ਦੇ ਜਾਏ, ਤੇ ਕਿਵੇਂ ਇਹ ਆਤਮਿਕ ਗਿਆਨ ਨੂੰ ਪ੍ਰਾਪਤ ਕਰ ਸਕਦਾ ਹੈ? ਕਿਉਂਕਿ ਉਹਦੇ ਵਾਸਤੇ ਬੜਾ ਨਿੱਕਾ ਹੋਣਾ ਪਵੇਗਾ, ਭਾਵ ਆਪਾ ਗਵਾਉਣਾ ਪਏਗਾ। ਮੈਂ ਕੁਝ ਵੀ ਨਹੀਂ। ਜਦੋਂ ਤੱਕ ਆਪਾ ਨਹੀਂ ਗਵਾਉਂਦਾ ਉਦੋਂ ਤੱਕ ਆਤਮਿਕ ਗਿਆਨ ਨਹੀਂ ਹੁੰਦਾ। ਆਪਾ ਗਵਾ ਕੇ ਨਿੱਕਾ ਜਿਹਾ ਬਣ ਜਾ, ਬਿਲਕੁਲ ਕਿਣਕਾ ਜਾ। ਮਹਾਰਾਜ ਮੈਂ ਤਾਂ ਕੁਝ ਵੀ ਨਹੀਂ, ਮੈਂ ਕੁਝ ਵੀ ਨਹੀਂ ਹਾਂ, ਇੱਕ ਨਿੱਕਾ ਜਿਹਾ ਕਿਰਮ ਹਾਂ। ਹਮ ਕੀਰੇ ਕਿਰਮ ਸਤਿਗੁਰ ਸਰਣ ਆਈ, ਕਰ ਦਿਆ ਨਾਮ ਪਰਗਾਸ। ਨਿੱਕੇ ਨਿੱਕੇ ਕਿਰਮ ਹੁੰਦੇ ਨੇ ਨਾ। ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਬਿਲਕੁਲ ਨਿਗਾਹ ਜਿਹਾ ਬਣ ਜਾ, ਆਪਣੇ ਆਪ ਨੂੰ ਜਨਾ ਨਾ। ਤੇਰੇ ਕੋਲ ਗੁਣ ਹੈ, ਧਨ ਹੈ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜੀ ਵਾਹਿਗੁਰੂ ਨੇ ਦਿੱਤੀ ਤੈਨੂੰ ਦਾਤ, ਸਤਿਗੁਰ ਮਿਲਿਆ ਹੋ ਮੈਂ ਗਈ, ਜੋਤ ਰਹੀ ਸਭ ਆਏ। ਸਤਿਗੁਰੂ ਜਦੋਂ ਮਿਲ ਗਿਆ ਪੂਰੇ ਸਤਿਗੁਰੂ ਨੇ ਆਖਿਆ ਇਹ ਆਪਣੀ ਹੋਮੈ ਛੱਡ ਦੇ, ਬਸ ਇੰਨੀ ਕੁ ਗੱਲ ਹੈ। ਜਦੋਂ ਹੋਮੈ ਨੂੰ ਛੱਡ ਦੇਗਾ ਤੇ ਕਿਰਪਾ ਹੋ ਜਾਵੇਗੀ। ਸਤਿਗੁਰ ਮਿਲਿਆ ਹੋਮੈ ਗਈ, ਜੋਤ ਰਹੀ ਸਭ ਆਏ। ਜਦੋਂ ਆਪਾਂ ਸਤਿਗੁਰੂ ਨੂੰ ਮਿਲ ਗਏ ਨਾ, ਅੰਦਰੋਂ ਸੁਰਤ ਜੁੜ ਗਈ, ਤਾਂ ਫਿਰ ਹੋਮੈ ਚਲੀ ਜਾਂਦੀ ਹੈ। ਜੋਤ ਰਹੀ ਸਭ ਆਏ, ਉਹ ਆਤਮਿਕ ਜੋਤ, ਆਤਮਿਕ ਗਿਆਨ ਅੰਦਰ ਆ ਜਾਂਦਾ ਹੈ। ਇਹੋ ਜਿਉ ਸਦਾ ਮੁਕਤ ਹੈ, ਸਹਿਜੇ ਰਿਹਾ ਸਮਾਏ। ਇਹ ਜੀਵ ਆਤਮਾ ਤਾਂ ਸਦਾ ਮੁਕਤ ਹੀ ਸੀ, ਪਰ ਉਹ ਭਰਮ ਅਵਿਦਿਆ ਅਗਿਆਨਤਾ ਕਰਕੇ ਆਪਣੇ ਆਪ ਨੂੰ ਬੰਧਨਾਂ ਵਿੱਚ ਸਮਝ ਲਿਆ। ਜਦੋਂ ਪੂਰਾ ਗੁਰੂ ਮਿਲ ਗਿਆ ਉਹਨੇ ਆਖਿਆ ਇਹ ਲੈ, ਇਹ ਤਰੀਕਾ ਹੈ, ਤਾਂ ਇਹ ਆਤਮਾ ਸਦੀ ਵੀ ਕਾਲ ਮੁਕਤ ਹੋ ਗਈ। ਜਿਵੇਂ ਮਰਜ਼ੀ ਸੰਸਾਰ ਵਿੱਚ ਆਵੇ ਜਾਵੇ, ਇਹਨੂੰ ਕੋਈ ਬੰਧਨ ਨਹੀਂ। ਸੰਸਾਰ ਵਿੱਚ ਮਰਨਾ ਕੋਈ ਮੁਕਤੀ ਨਹੀਂ ਹੈ। ਜਿਵੇਂ ਜੇਲ੍ਹ ਵਿੱਚ ਅਫਸਰ ਵੀ ਜਾਂਦੇ ਨੇ, ਕੈਦੀ ਵੀ ਜਾਂਦੇ ਨੇ, ਕੈਦੀਆਂ ਵਾਸਤੇ ਉਹ ਦੁੱਖ ਰੂਪ ਹੈ, ਪਰ ਅਫਸਰਾਂ ਨੂੰ ਤਾਂ ਉੱਥੇ ਤਨਖਾਹ ਮਿਲਦੀ ਹੈ। ਇਹ ਸੰਸਾਰ ਮਾੜਾ ਨਹੀਂ ਹੈ। ਇਹਦੇ ਵਿੱਚ ਗੁਰਮੁਖ ਵੀ ਆਉਂਦੇ ਨੇ, ਉਹ ਤਾਂ ਬੜੇ ਆਨੰਦ ਨਾਲ ਆਉਂਦੇ ਨੇ, ਆਨੰਦ ਨਾਲ ਚਲੇ ਜਾਂਦੇ ਨੇ। ਜੇਲ੍ਹ ਵਿੱਚ ਜਾਂਦੇ ਨੇ ਜਿਹੜੇ ਅਫਸਰ, ਜਿੰਨੇ ਮਹਿਕਮੇ ਦੇ ਕਰਮਚਾਰੀ, ਬੜੀ ਖੁਸ਼ੀ ਨਾਲ ਜਾਂਦੇ ਨੇ, ਬੜੇ ਤਿਆਰ ਹੋ ਕੇ ਜਾਂਦੇ ਨੇ। ਘਰਦਿਆਂ ਨੂੰ ਕਹਿੰਦੇ ਅਸੀਂ ਨੌਕਰੀ ਚੱਲੇ ਹਾਂ, ਵਾਪਸ ਮੁੜ ਕੇ ਆਉਂਦੇ ਬੜੀ ਖੁਸ਼ੀ ਨੌਕਰੀ ਕਰ ਆਏ ਹਾਂ। ਪਰ ਜਿਹੜਾ ਕੈਦੀ ਜਾਂਦਾ ਵੀ ਰੋਂਦਾ ਤੇ ਆਉਂਦਾ ਵੀ, ਨਿਕਲਦਾ ਵੀ ਰੋਂਦਾ ਵੀ, ਇੰਨਾ ਸਮਾਂ ਮੈਂ ਆਪਣਾ ਬਰਬਾਦ ਕਰਕੇ ਇੱਥੇ ਚੱਲਿਆ ਹਾਂ। ਇਹ ਬਿਲਕੁਲ ਸੰਸਾਰ ਮਨਮੁਖ ਵਾਸਤੇ ਇਸ ਤਰ੍ਹਾਂ ਜਿਵੇਂ ਜੇਲ੍ਹ ਹੈ, ਤੇ ਗੁਰਮੁਖ ਵਾਸਤੇ ਇਸ ਤਰ੍ਹਾਂ ਜਿਵੇਂ ਕੋਈ ਅਫਸਰ ਆਪਣੀ ਡਿਊਟੀ ਤੇ ਆਇਆ ਤੇ ਡਿਊਟੀ ਕਰਕੇ ਚਲਾ ਗਿਆ। ਮਹਾਰਾਜ ਕਹਿੰਦੇ ਪੌੜੀ ਪ੍ਰਭ ਸੰਸਾਰ ਉਪਾਏ ਕਹਿ ਵਸ ਆਪਣਾ ਕੀਤਾ। ਵਾਹਿਗੁਰੂ ਨੇ ਸੰਸਾਰ ਪੈਦਾ ਕਰਕੇ ਆਪਣੇ ਹੁਕਮ ਦੇ ਵਿੱਚ ਇਹਨੂੰ ਬੰਨਿਆ, ਵਸ ਕੀਤਾ। ਗਣਤੈ ਪ੍ਰਭੂ ਨਾ ਪਾਈਐ, ਦੂਜੈ ਪਰਮੀਤਾ। ਗਿਣਤੀ ਕਰਨ ਨਾਲ ਰੱਬ ਨਹੀਂ ਮਿਲੇਗਾ, ਕਿਉਂਕਿ ਸਾਨੂੰ ਹੋਮੈ ਇਸੇ ਗੱਲ ਦੀ ਆਉਂਦੀ, ਮੈਂ ਇੰਨਾ ਪਾਠ ਕਰਦਾ, ਇੰਨੇ ਘੰਟੇ ਕਰਦਾ, ਇੰਨੇ ਸਾਲ ਹੋ ਗਏ ਨੇ ਕਰਦਿਆਂ ਨੂੰ। ਗਿਣਤੀ ਕਰੀ ਜਾਂਦੇ ਹਰ ਇੱਕ ਪੱਖ ਤੋਂ। ਮਹਾਰਾਜ ਕਹਿੰਦੇ ਗਿਣਤੀ ਨਾਲ ਰੱਬ ਨਹੀਂ ਮਿਲੇਗਾ। ਦਵੈਤ ਭਾਵ ਵਿੱਚ ਲੱਗ ਕੇ ਜੀ ਭਟਕਦਾ ਰਹੇਗਾ। ਸਤਿਗੁਰ ਮਿਲਿਆ ਜੀਵਤ ਮਰੈ, ਬੁਝ ਸੱਚ ਸਮੀਤਾ। ਪੂਰੇ ਸਤਿਗੁਰੂ ਨੂੰ ਆਤਮਿਕ ਤੌਰ 'ਤੇ ਮਿਲਿਆ। ਮਹਾਰਾਜ ਕਹਿੰਦੇ ਜਦੋਂ ਅੰਦਰੋਂ ਮਰ ਜਾਵੇਗਾ ਤੇ ਫਿਰ ਇਹਨੂੰ ਸੱਚ ਦੀ ਸਮਝ ਆ ਜਾਂਦੀ, ਰੱਬ ਦੀ ਸਮਝ ਆ ਜਾਂਦੀ। ਸਬਦੇ ਹੋਮੈ ਕੋਈ ਹੈ ਹਰ ਮੇਲ ਮਲੀਤਾ। ਸ਼ਬਦ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ, ਗੁਰੂ ਦੀ ਬਾਣੀ ਨੂੰ ਜਪਣ ਦੁਆਰਾ ਹੋਮੈ ਖਤਮ ਹੋ ਜਾਂਦੀ ਹੈ। ਵਾਹਿਗੁਰੂ ਨਾਲ ਮੇਲ ਹੋ ਜਾਂਦਾ। ਸਭ ਕੁਛ ਜਾਣੈ ਕਰੇ ਆਪੇ ਵਗ ਸੀਤਾ। ਪਤਾ ਲੱਗ ਜਾਂਦਾ ਹੈ
ਉਹ ਆਤਮਿਕ ਗਿਆਨ ਹੋ ਜਾਂਦਾ ਵੀ ਸਾਰੇ ਪਾਸੇ ਰੱਬ ਆਪ ਹੀ ਵਰਤ ਰਿਹਾ, ਆਪ ਹੀ ਸਾਰਾ ਕੁਝ ਕਰ ਰਿਹਾ ਹੈ। ਸਭ ਕੁਛ ਜਾਣੈ ਕਰੇ ਆਪ, ਆਪੇ ਵਗਸੀਤਾ, ਤੇ ਆਪ ਵਾਹਿਗੁਰੂ ਸਾਰੇ ਜੀਵਾਂ ਨੂੰ ਵੇਖ ਵੇਖ ਕੇ ਪ੍ਰਸੰਨ ਹੋ ਰਿਹਾ ਹੈ। ਗੁਰਮੁਖ ਨੂੰ ਇਸ ਤਰ੍ਹਾਂ ਰੱਬ ਕਣ ਕਣ ਵਿੱਚ ਦਿਖਾਈ ਦਿੰਦਾ ਹੈ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।